हेलो एवरीवन वेलकम टू केमिस्ट्री रियल। ਅੱਜ ਬੇਟੇ ਕਲਾਸ 2 ਦੀ ਕਾਫੀ ਇੰਪੋਰਟੈਂਟ ਟਰਮ 2 ਦੇ ਲਈ ਇੱਕ ਚੈਪਟਰ ਹੈ ਐਲਡੀਹਾਈਡਸ ਕੀਟੋਨਸ ਐਂਡ ਕਾਰਬੋਕਸਿਲਿਕ ਐਸਿਡਸ। ਅੱਜ ਇਸ ਚੈਪਟਰ ਦੇ ਬਾਰੇ ਆਪਾਂ ਡਿਸਕਸ ਕਰਨਾ ਹੈ, ਇਹਦੇ ਇੰਪੋਰਟੈਂਟ ਕੁਐਸਚਨਸ ਕਿਹੜੇ ਹੈ। ਸੋ ਇਸ ਚੈਪਟਰ ਦੇ ਵਿੱਚੋਂ ਬੇਟੇ ਆਪਣੇ ਕੋਲੇ ਦੋ ਕੁਐਸਚਨਸ ਆਣੇ ਹੈ। ਉਹ ਦੋਨੋਂ ਹੀ ਕੁਐਸਚਨਸ 2 ਮਾਰਕਸ ਦੇ ਹੋਣਗੇ, ਯਾਨੀ ਕਿ ਆਪਣੇ ਕੋਲੇ ਟੋਟਲ 4 ਮਾਰਕਸ ਦਾ ਇਸ ਚੈਪਟਰ ਦੇ ਵਿੱਚੋਂ ਪੁੱਛਿਆ ਜਾਣ ਵਾਲਾ ਮਟੀਰੀਅਲ ਹੈ। तो चैप्टर बेटा बहुत बड़ा है, नो डाउट, पर जे ਆਪਾਂ ਇਸ ਚੈਪਟਰ ਦੇ ਵਿੱਚੋਂ 4 ਮਾਰਕਸ ਇਨਸ਼ੋਰ ਕਰਨੇ ਆ, ਜੇ ਪੂਰਾ ਚੈਪਟਰ ਨਹੀਂ ਵੀ ਕਰਨਾ ਤਾਂ ਕੁਝ ਘੱਟੋ ਘੱਟ ਇੰਪੋਰਟੈਂਟ ਪਾਰਟ ਤਾਂ ਜ਼ਰੂਰ ਕਰ ਲੈਣਾ ਚਾਹੀਦਾ। ਠੀਕ ਹੈ, 90% ਚਾਂਸਸ ਹੁੰਦੇ ਆ ਕਿ ਬੇਟਾ ਇੰਪੋਰਟੈਂਟ ਦੇ ਵਿੱਚੋਂ ਹੀ ਪੇਪਰ ਆ ਜੇ, ਬਟ ਇਹ ਹੈ ਕਿ ਸਾਰਾ ਚੈਪਟਰ ਛੋੜਨ ਦੇ ਨਾਲੋਂ ਮੈਨੂੰ ਇਹ ਲੱਗਦਾ ਹੈ ਕਿ ਕੁਝ ਇੰਪੋਰਟੈਂਟ ਤਾਂ ਜ਼ਰੂਰ ਕਰ ਲੈਣਾ ਚਾਹੀਦਾ ਹੈ। ਹਾਲਾਂਕਿ ਜਿਨ੍ਹਾਂ ਬੱਚਿਆਂ ਨੇ ਫੁੱਲ ਮਾਰਕਸ ਸਕੋਰ ਕਰਨ ਦਾ ਏਮ ਕੀਤਾ ਹੈ ਉਹਨਾਂ ਨੂੰ ਤਾਂ ਥੋਰੋਲੀ ਕਰਨਾ ਚਾਹੀਦਾ ਹੈ ਚੈਪਟਰ, ਬਟ ਇਹ ਸਿਲੈਕਟਡ ਕੁਐਸਚਨਸ ਹੈ, ਐਟਲੀਸਟ ਇਹਨਾਂ ਦੀ ਰਿਟਨ ਪ੍ਰੈਕਟਿਸ ਬਾਰ-ਬਾਰ ਜ਼ਰੂਰ ਕਰ ਲਓ। ਸੋ ਇਸ 4 ਮਾਰਕਸ ਦੇ ਵਿੱਚੋਂ ਦੀ ਜੇ ਅਸੀਂ ਦੇਖੀਏ ਸਵਾਲ ਕਿੱਦਾਂ ਦੇ ਪੁੱਛੇ ਜਾ ਸਕਦੇ ਹੈ, ਸਵਾਲ ਪੁੱਛੇ ਜਾਣੇ ਆ ਬੇਟਾ 2 ਮਾਰਕਸ ਦੇ। ਸੋ 2 ਮਾਰਕਸ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਫਿਜ਼ੀਕਲ ਪ੍ਰੋਪਰਟੀਜ਼ 'ਤੇ ਆਧਾਰਿਤ ਸਵਾਲ ਪੁੱਛੇ ਜਾ ਸਕਦੇ ਹੈ ਕਿ ਜਿਵੇਂ ਕਿਸੇ ਦਾ ਬੋਇਲਿੰਗ ਪੁਆਇੰਟ ਜਿਹੜਾ ਹੈ ਉਹ ਵੱਧ ਕਿਉਂ ਹੈ। ਸੋ ਬੋਇਲਿੰਗ ਪੁਆਇੰਟ ਵੱਧ ਦਾ ਮਤਲਬ ਹੁੰਦਾ ਹੈ ਸਟਰੋਂਗ ਇੰਟਰਮੋਲੀਕੂਲਰ ਫੋਰਸਿਸ, ਇਹ ਲਿਖ ਸਕਦੇ ਹੋ ਤੁਸੀਂ। ਸੋਲਿਬਿਲਿਟੀ ਜੇ ਪੁੱਛੀ ਜਾਂਦੀ ਹੈ ਬੇਟਾ ਵਾਟਰ 'ਚ ਸੋਲਿਬਲ ਕਿਉਂ ਹੈ, ਤਾਂ ਉਹਦਾ ਰੀਜ਼ਨ ਕੀ ਹੋਏਗਾ? ਯੈਸ, ਉਹਦਾ ਰੀਜ਼ਨ ਹੁੰਦਾ ਹੈ ਫਾਰਮੇਸ਼ਨ ਆਫ ਹਾਈਡਰੋਜਨ ਬੌਂਡਿੰਗ। ਡਾਇਪੋਲ ਮੂਵਮੈਂਟ ਦੇ ਲਈ ਬੇਟੇ ਆਪਾਂ ਨੂੰ ਸਟਰਕਚਰ ਪਤਾ ਹੋਣਾ ਚਾਹੀਦਾ ਹੈ। ਸੋ ਮੇਨਲੀ ਇਸ ਚੈਪਟਰ ਦੇ ਵਿੱਚ ਬੇਟੇ ਆਪਾਂ ਕਾਰਬੋਨਿਲ ਗਰੁੱਪ ਯਾਨੀ ਕਿ ਆਹ ਵਾਲਾ ਗਰੁੱਪ ਸਟੱਡੀ ਕਰਦੇ ਹਾਂ। ਸੋ ਇਸ ਗਰੁੱਪ ਦੇ ਵਿੱਚ ਆਕਸੀਜਨ ਦੀ ਇਲੈਕਟ੍ਰੋਨੈਗੇਟਿਵ ਨੇਚਰ ਹੋਣ ਕਰਕੇ ਇਹਦੇ ਕੋਲੇ ਨੈਗੇਟਿਵ ਚਾਰਜ ਔਰ ਐਜ਼ ਅ ਰਿਜ਼ਲਟ ਕਾਰਬਨ ਦਾ ਪੋਜ਼ਿਟਿਵ ਚਾਰਜ, ਇੱਥੇ ਪੋਲੈਰਿਟੀ ਜਨਰੇਟ ਹੋ ਜਾਂਦੀ। ਸੋ ਡਾਇਪੋਲ ਮੂਵਮੈਂਟ ਤੇ ਆਧਾਰਿਤ ਕੁਐਸਚਨ ਆ ਸਕਦਾ ਹੈ। ਦੈਨ ਆਪਣੇ ਕੋਲੇ ਕਾਰਬੋਕਸਿਲਿਕ ਐਸਿਡਸ ਹੈ, ਤਾਂ ਐਸਿਡਸ ਦੀ ਸਟਰੈਂਥ ਜਿਹੜੀ ਹੈ, ਕਿਹੜਾ ਸਟਰੋਂਗ ਐਸਿਡ ਹੋਏਗਾ ਕਿਹੜਾ ਵੀਕ ਐਸਿਡ ਹੋਏਗਾ, ਇਹਦੇ ਤੇ ਵੀ ਕੁਐਸਚਨ ਆ ਸਕਦੇ हैं। ਸੋ ਐਸਿਡ ਦਾ ਮਤਲਬ ਹੁੰਦਾ ਹੈ ਜਿਹਨੇ H ਪੋਜ਼ਿਟਿਵ ਰਿਲੀਜ਼ ਕਰਨਾ। ਸੋ H ਪੋਜ਼ਿਟਿਵ ਜਿਹੜਾ ਵੀ ਸਬਸਟੈਂਸ ਫਟਾਫਟ ਈਜ਼ੀਲੀ ਐਂਡ ਕੁਇਕਲੀ ਫਾਸਟ H ਪੋਜ਼ਿਟਿਵ ਰਿਲੀਜ਼ ਕਰ ਦੇਗਾ ਉਹ ਸਟਰੋਂਗ ਐਸਿਡ ਹੋਏਗਾ। ਦੈਨ ਸਭ ਤੋਂ ਇੰਪੋਰਟੈਂਟ ਜੋ ਇਸ ਚੈਪਟਰ ਦੇ ਵਿੱਚੋਂ ਜੇ ਮੈਂ ਕਹਾਂ ਨਾ ਸਵਾਲ, ਤਾਂ ਉਹ ਹੈ ਡਿਸਟਿੰਕਸ਼ਨਸ ਤੇ ਆਧਾਰਿਤ। ਇਹ ਤੁਹਾਨੂੰ ਬੇਟੇ ਮੈਂ ਥੋੜਾ ਸਮਝਾ ਵੀ ਦਊਂਗੀ, ਇਹ ਜ਼ਰੂਰ ਕਰਨਾ ਪਾਰਟ। ਦੈਨ ਨੇਮਡ ਰਿਐਕਸ਼ਨਸ, ਉਹ ਤਾਂ ਇੰਪੋਰਟੈਂਟ ਹੁੰਦੀਆਂ ਹੀ ਹੁੰਦੀਆਂ ਹੈ। ਸੋ ਮੈਂ ਕੁਝ ਕੁਐਸਚਨਸ ਸਿਲੈਕਟ ਕੀਤੇ ਹੈ ਜਿਹੜੇ ਹੈਂਡ ਰਿਟਨ ਇਸ ਤਰੀਕੇ ਨਾਲ ਤੁਹਾਡੀ ਸਕਰੀਨ ਤੇ ਆ ਰਹੇ ਹੈ। ਨੇਮਡ ਰਿਐਕਸ਼ਨਸ ਨੂੰ ਬੇਟੇ ਕੁਝ ਇਸ ਤਰੀਕੇ ਦੇ ਨਾਲ ਮੈਂ 11 ਰਿਐਕਸ਼ਨਸ ਜਿਹੜੀਆਂ ਉਹ ਤੁਹਾਡੇ ਲਈ ਇੱਥੇ ਸੈਪਰੇਟ ਕਰ ਦਿੱਤੀਆਂ, ਤੇ ਤੁਸੀਂ ਜੋ ਮੈਂ ਤੁਹਾਨੂੰ ਆਨਸਰਸ ਪ੍ਰੋਵਾਈਡ ਕਰ ਰਹੀ ਹਾਂ ਉਹ ਕੁਐਸਚਨਸ ਕੁਝ ਇਸ ਤਰ੍ਹਾਂ ਹੈ। ਜਿਵੇਂ ਆਪਣੇ ਕੋਲੇ ਇੱਥੇ ਪਹਿਲਾ ਕੁਐਸਚਨ ਹੀ ਆਂਦਾ ਹੈ ਕਿ ਕਾਰਬੋਕਸਿਲਿਕ ਐਸਿਡ ਦੇ ਜਿਹੜੇ ਬੋਇਲਿੰਗ ਪੁਆਇੰਟ ਹੈ ਉਹ ਹਾਇਰ ਕਿਉਂ ਹੈ। ਸੋ ਬੇਟੇ ਮੈਂ ਤੁਹਾਨੂੰ ਇਹ ਦੱਸਿਆ ਸੀ ਬੋਇਲਿੰਗ ਪੁਆਇੰਟ ਹਾਇਰ ਕਦੋਂ ਹੁੰਦਾ ਹੈ, ਜਦੋਂ ਸਟਰੋਂਗ ਇੰਟਰਮੋਲੀਕੂਲਰ ਫੋਰਸਿਸ ਹੁੰਦੀਆਂ। ਕਾਰਬੋਕਸਿਲਿਕ ਐਸਿਡ ਦੇ ਕੇਸ ਦੇ ਵਿੱਚ ਡਾਈਮਰ ਵੀ ਬਣ ਜਾਂਦਾ ਹੈ, ਤੇ ਐਲਕੋਹਲਸ ਦੇ ਵੀ ਬੋਇਲਿੰਗ ਪੁਆਇੰਟ ਹਾਈ ਹੁੰਦੇ ਆ, ਬਟ ਐਲਕੋਹਲਸ ਦੇ ਨਾਲੋਂ ਕਾਰਬੋਕਸਿਲਿਕ ਐਸਿਡ ਦੇ ਬੋਇਲਿੰਗ ਪੁਆਇੰਟ ਜ਼ਿਆਦਾ ਹਾਈ ਹੁੰਦੇ। ਦੈਨ ਆਪਣੇ ਕੋਲੇ ਡਾਇਪੋਲ ਮੂਵਮੈਂਟ ਤੇ ਕੁਐਸਚਨ ਆ ਜਾਂਦਾ ਹੈ ਕਿ ਐਲਡੀਹਾਈਡ ਐਂਡ ਕੀਟੋਨਸ ਦੀ ਡਾਇਪੋਲ ਮੂਵਮੈਂਟ ਹਾਈ ਕਿਉਂ ਹੁੰਦੀ ਹੈ। ਬੇਟੇ ਇਹਦੇ ਚ ਆਕਸੀਜਨ ਦੀ ਇਲੈਕਟ੍ਰੋਨੈਗੇਟਿਵ ਨੇਚਰ ਹੋਣ ਕਰਕੇ ਪਾਰਸ਼ੀਅਲ ਨੈਗੇਟਿਵ ਚਾਰਜ ਆ ਜਾਂਦਾ ਹੈ ਤੇ ਕਾਰਬਨ ਦੇ ਉੱਤੇ ਪਾਰਸ਼ੀਅਲ ਪੋਜ਼ਿਟਿਵ, ਐਜ਼ ਅ ਰਿਜ਼ਲਟ ਇਹਨਾਂ ਦੇ ਵਿੱਚ ਹਾਈ ਡਾਇਪੋਲ ਮੂਵਮੈਂਟ ਹੋਏਗੀ। ਅਗਲਾ ਕੁਐਸਚਨ ਹੈ ਕਿ ਐਲਡੀਹਾਈਡਸ ਦਾ ਬੋਇਲਿੰਗ ਪੁਆਇੰਟ ਲੋਅਰ ਕਿਉਂ ਹੈ। ਬੇਟਾ ਐਲਕੋਹਲਸ ਤੇ ਕਾਰਬੋਕਸਿਲਿਕ ਐਸਿਡਸ ਦਾ ਬੋਇਲਿੰਗ ਪੁਆਇੰਟ ਹਾਇਰ ਹੈ, ਆਪਾਂ ਹੁਣੇ ਹੀ ਦੇਖਿਆ, ਕਿਉਂਕਿ ਇਹਦੇ ਚ ਇੰਟਰਮੋਲੀਕੂਲਰ ਹਾਈਡਰੋਜਨ ਬੌਂਡਿੰਗ ਹੁੰਦੀ ਹੈ। ਔਰ ਜਿਹੜੀ ਐਲਡੀਹਾਈਡਸ ਦੇ ਕੇਸ ਵਿੱਚ ਅਸੀਂ ਗੱਲ ਕਰਦੇ ਆ ਨਾ, ਉਹਦੇ ਵਿੱਚ ਇੰਟਰਮੋਲੀਕੂਲਰ ਹਾਈਡਰੋਜਨ ਬੌਂਡਿੰਗ ਨਹੀਂ ਹੁੰਦੀ, ਜਿਸ ਕਰਕੇ ਉਹਨਾਂ ਦੇ ਬੋਇਲਿੰਗ ਪੁਆਇੰਟਸ ਲੋਅਰ ਹੋਣਗੇ। ਦੈਨ ਅਗਲਾ ਕੁਐਸਚਨ ਜਿਹੜਾ ਹੈ ਬੇਟਾ ਉਹ ਸਟੇਟ ਤੇ ਆਧਾਰਿਤ ਹੈ ਕਿ ਐਰੋਮੈਟਿਕ ਐਸਿਡ ਜਿਹੜੇ ਸੋਲਿਡ ਹੁੰਦੇ ਆ, ਜਦਕਿ ਐਸਟਿਕ ਐਸਿਡ ਜਾਂ ਦੂਜੇ ਐਸਿਡਸ ਜਿਹੜੇ ਆ ਉਹ ਲਿਕੁਇਡਸ ਹੈ। ਸੋ ਸੋਲਿਡ ਦਾ ਰੀਜ਼ਨ ਕੀ ਹੈ? ਉਹਨਾਂ ਸੋਲਿਡ ਦਾ ਰੀਜ਼ਨ ਹੈ ਕਿ ਉਹਨਾਂ ਦੇ ਵਿੱਚ ਇੰਟਰਮੋਲੀਕੂਲਰ ਅਟਰੈਕਸ਼ਨਸ ਜਿਹੜੀਆਂ ਉਹ ਸਟਰੋਂਗ ਹੋਣਗੀਆਂ।
ਹੁਣ ਇੱਕ ਇੱਥੇ ਨੇਮਡ ਰਿਐਕਸ਼ਨ ਬੇਟੇ ਜਸਟ ਤੁਸੀਂ ਵਿੱਚ ਨੂੰ ਨੇਮਡ ਰਿਐਕਸ਼ਨਸ ਯਾਦ ਕਰੀ ਜਾਓ। ਇਹ ਨੇਮਡ ਰਿਐਕਸ਼ਨ ਐਸੀ ਹੈ ਜਿਹੜੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਤੁਸੀਂ ਇਹ ਦੇਖ ਸਕਦੇ ਹੋ ਬੇਟਾ ਪਿਛਲੇ ਕਿੰਨੇ ਸਾਲਾਂ ਦੇ ਪੇਪਰਾਂ ਦੇ ਵਿੱਚ ਇਹ ਲਗਾਤਾਰ ਪੁੱਛੀ ਗਈ ਹੈ। ਇਹਨੂੰ ਆਪਾਂ HVZ ਰਿਐਕਸ਼ਨ ਵੀ ਕਹਿ ਦਿੰਦੇ ਆ ਜਾਂ ਹੈਲ-ਵੁਲਹਾਰਡ ਜ਼ਿਲਿੰਸਕੀ ਰਿਐਕਸ਼ਨ। ਇਹਦੇ ਵਿੱਚ ਜਿਹੜਾ ਕਾਰਬੋਕਸਿਲਿਕ ਐਸਿਡ ਗਰੁੱਪ ਹੈ ਉਹਦੀ ਐਲਫਾ ਕਾਰਬਨ ਦੇ ਉੱਤੇ ਜਿਹੜੀਆਂ ਹਾਈਡਰੋਜਨਸ ਹੈ ਨਾ ਉਹਨਾਂ ਹਾਈਡਰੋਜਨਸ ਦੀ ਇੱਕ ਕਰਕੇ ਕਲੋਰੀਨ ਦੇ ਨਾਲ ਰਿਪਲੇਸਮੈਂਟ ਹੋਈ ਜਾਣੀ ਹੈ। ਸੋ ਅਲਟੀਮੇਟਲੀ ਆਪਣੇ ਕੋਲੇ ਟ੍ਰਾਈਕਲੋਰੋਐਸਟਿਕ ਐਸਿਡ ਬਣ ਜਾਂਦਾ। ਇੱਕ ਆ ਜਿਹੜੀਆਂ ਰਿਐਕਸ਼ਨਸ ਹੈ ਬੇਟਾ ਜਿੱਥੇ ਐਸਟਿਕ ਐਸਿਡ SOCl2 PCl5 ਜਾਂ PCl3 ਦੇ ਨਾਲ ਰਿਐਕਟ ਕਰ ਰਿਹਾ ਹੈ, ਇਹਦੇ ਵਿੱਚ ਅਸੀਂ ਸਿਰਫ ਐਸਿਡ ਕਲੋਰਾਈਡ ਦੀ ਫਾਰਮੇਸ਼ਨ ਯਾਨੀ ਐਸਿਡ ਦੇ ਵਿੱਚੋਂ OH ਨਿਕਲ ਜਾਣਾ ਤੇ ਉਹਦੀ ਥਾਂ ਤੇ Cl ਆ ਜਾਣਾ। ਤਿੰਨੋਂ ਹੀ ਰਿਐਕਸ਼ਨਸ 'ਚ ਇਹੀ ਪ੍ਰੋਡਕਟ ਬਣੇਗਾ ਐਸਿਡ ਕਲੋਰਾਈਡ। ਦੈਨ ਆਪਾਂ ਗੱਲ ਕਰਦੇ ਹਾਂ ਐਸਿਡ ਦੀ ਸਟਰੈਂਥ ਦੀ। ਟ੍ਰਾਈਕਲੋਰੋਐਸਟਿਕ ਐਸਿਡ ਸਟਰੋਂਗਰ ਐਸਿਡ ਹੈ ਐਸਟਿਕ ਐਸਿਡ ਦੇ ਨਾਲੋਂ। ਕਿਉਂ ਬੇਟੇ ਦੇਖੋ ਜਦੋਂ ਐਸਟਿਕ ਐਸਿਡ ਦੇ ਵਿੱਚ ਇੱਥੇ 3 ਹਾਈਡਰੋਜਨ ਹੈ ਤੇ ਟ੍ਰਾਈਕਲੋਰੋਐਸਟਿਕ ਐਸਿਡ ਦੇ ਵਿੱਚ ਇਹਨਾਂ ਤਿੰਨਾਂ ਹਾਈਡਰੋਜਨਸ ਦੀ ਥਾਂ ਤੇ 3 ਕਲੋਰੀਨ ਆ ਗਏ। ਕਲੋਰੀਨ ਇਲੈਕਟ੍ਰੋਨੈਗੇਟਿਵ ਹੈ, ਉਹਨਾਂ ਨੇ ਕਾਰਬਨ ਦੇ ਕੋਲੋਂ ਇਲੈਕਟ੍ਰੋਨਸ ਆਪਣੇ ਵੱਲ ਨੂੰ ਵਿਦਡਰਾ ਕਰ ਲੈਣੇ ਆ। ਐਜ਼ ਅ ਰਿਜ਼ਲਟ ਇਸ ਕਾਰਬਨ ਨੇ ਕਾਰਬੋਨਿਲ ਗਰੁੱਪ ਵਾਲੀ ਕਾਰਬਨ ਯਾਨੀ ਐਸਿਡਿਕ ਕਾਰਬਨ ਕੋਲੋਂ ਇਲੈਕਟ੍ਰੋਨ ਆਪਣੇ ਕੋਲੇ ਲੈ ਲੈਣੇ -I ਇਫੈਕਟ ਰੋਲ ਪਲੇ ਕਰੇਗਾ। ਨਤੀਜੇ ਵਜੋਂ ਆਕਸੀਜਨ ਜਿਹੜੀ ਹੈ ਉਹ ਹਾਈਡਰੋਜਨ ਦੇ ਕੋਲੋਂ ਇਲੈਕਟ੍ਰੋਨਸ ਆਪਣੇ ਵੱਲ ਨੂੰ ਖਿੱਚ ਲੇਗੀ ਤੇ ਹਾਈਡਰੋਜਨ ਨੂੰ ਬਾਹਰ ਕੱਢ ਦੇਗੀ ਐਜ਼ H ਪੋਜ਼ਿਟਿਵ। ਸੋ ਟ੍ਰਾਈਕਲੋਰੋਐਸਟਿਕ ਐਸਿਡ ਐਸਟਿਕ ਐਸਿਡ ਦੇ ਮੁਕਾਬਲੇ ਜ਼ਿਆਦਾ ਸਟਰੋਂਗ ਐਸਿਡ ਹੋਏਗਾ। ਐਸਟਿਕ ਐਸਿਡ ਦੇ ਵਿੱਚ ਤਾਂ ਇੱਥੇ ਮਿਥਾਈਲ ਗਰੁੱਪ ਲੱਗ ਗਿਆ ਨਾ ਜੋ ਕਿ +I ਇਫੈਕਟ ਦੇ ਰਿਹਾ। ਇਹ ਆਪਣੇ ਇਲੈਕਟ੍ਰੋਨ ਇਸ ਆਕਸੀਜਨ ਨੂੰ ਦੇ ਰਿਹਾ ਹੈ ਤੇ ਆਕਸੀਜਨ ਜਿਹੜੀ ਹੈ ਉਹ ਹਾਈਡਰੋਜਨ ਦੇ ਨਾਲ ਇਹਨਾਂ ਇਲੈਕਟ੍ਰੋਨਸ ਨੂੰ ਸ਼ੇਅਰ ਕਰ ਰਹੀ ਹੈ। ਇਸੇ ਤਰੀਕੇ ਨਾਲ ਦੋ ਐਸਿਡ ਤੁਹਾਡੇ ਸਾਹਮਣੇ ਆ, ਇਹਨਾਂ ਦੋਨਾਂ ਦੇ ਵਿੱਚੋਂ ਕਿਹੜਾ ਸਟਰੋਂਗ ਹੋਏਗਾ ਜਾਂ ਇਹਨਾਂ ਦੋਨਾਂ ਦੇ ਵਿੱਚੋਂ ਕਿਹੜਾ ਸਟਰੋਂਗ ਹੋਏਗਾ ਜਾਂ ਇਹਨਾਂ ਐਸਿਡਸ ਦੇ ਵਿੱਚੋਂ ਆਪਾਂ ਆਰਡਰ 'ਚ ਲਿਖਣਾ ਹੈ ਕਿ ਕਿਹੜੇ ਕਿਹੜੇ ਸਟਰੋਂਗ ਹੋਣ। ਹੁਣ ਪਹਿਲੇ ਕੇਸ ਦੇ ਵਿੱਚ ਫਾਰਮਿਕ ਐਸਿਡ ਜ਼ਿਆਦਾ ਸਟਰੋਂਗ ਹੋਏਗਾ ਕਿਉਂਕਿ ਮਿਥਾਈਲ ਗਰੁੱਪ ਨੇ ਤਾਂ +I ਇਫੈਕਟ ਕਰ ਦੇਣਾ ਨਾ ਕਾਜ਼, ਇਸ ਕਰਕੇ ਇਹ ਵੀਕ ਐਸਿਡ ਹੋਏਗਾ। ਠੀਕ ਹੈ, ਹੁਣ ਇਹਨਾਂ ਦੋ ਗਰੁੱਪਸ ਦੇ ਵਿੱਚੋਂ ਦੀ ਤੁਹਾਨੂੰ ਕੀ ਲੱਗਦਾ ਕਿਹੜਾ ਜ਼ਿਆਦਾ ਸਟਰੋਂਗ ਹੋਏਗਾ? ਨਾਈਟ੍ਰੋ ਗਰੁੱਪ, ਕਿਉਂਕਿ ਇਹ ਇਲੈਕਟ੍ਰੋਨ ਵਿਦਡਰਾਇੰਗ ਗਰੁੱਪ ਹੈ ਜੋ ਐਸਿਡਿਕ ਸਟਰੈਂਥ ਵਧਾ ਦਿੰਦਾ। ਔਰ ਮੋਨੋਕਲੋਰੋ ਦੇ ਨਾਲੋਂ ਡਾਈਕਲੋਰੋ ਜ਼ਿਆਦਾ ਸਟਰੋਂਗਰ ਹੋਏਗਾ ਐਸਿਡ ਔਰ ਉਸ ਤੋਂ ਸਭ ਤੋਂ ਵੱਧ ਹੋਏਗਾ ਟ੍ਰਾਈਕਲੋਰੋਐਸਟਿਕ ਐਸਿਡ। ਸੋ ਇਸ ਤਰ੍ਹਾਂ ਦੇ ਸਵਾਲ ਪੁੱਛੇ ਜਾ ਸਕਦੇ ਆ ਤੁਹਾਨੂੰ ਜਦੋਂ ਐਸਿਡਿਕ ਸਟਰੈਂਥ ਦੀ ਗੱਲ ਕਰਦੇ ਹਾਂ। ਇਸੇ ਤਰ੍ਹਾਂ ਬੈਂਜ਼ੋਇਕ ਐਸਿਡ ਇਜ਼ ਸਟਰੋਂਗਰ ਐਸਿਡ ਦੈਨ ਐਸਟਿਕ ਐਸਿਡ। ਆਂਸਰ ਆਪਣੇ ਉਦਾਂ ਦੇ ਹੀ ਚੱਲਣੇ ਆ। ਠੀਕ ਹੈ, ਫਿਰ ਤੁਹਾਨੂੰ ਇੱਕ ਇੰਪੋਰਟੈਂਟ ਸਵਾਲ ਪੁੱਛਿਆ ਜਾਂਦਾ ਹੈ ਬੇਟਾ ਕਿ ਕਾਰਬੋਕਸਿਲਿਕ ਐਸਿਡ ਜਿਹੜੇ ਹੈ ਉਹ ਫਿਨੋਲ ਦੇ ਨਾਲੋਂ ਜ਼ਿਆਦਾ ਸਟਰੋਂਗ ਐਸਿਡ ਕਿਉਂ ਹੈ? ਸੋ ਫਿਨੋਲ ਦੇ ਵਿੱਚ ਆਕਸੀਜਨ ਦੇ ਉੱਤੇ ਇੱਕ ਆਕਸੀਜਨ ਦੇ ਉੱਤੇ ਨੈਗੇਟਿਵ ਚਾਰਜ ਹੁੰਦਾ ਹੈ, ਬਟ ਕਾਰਬੋਕਸਿਲਿਕ ਐਸਿਡਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋਨਾਂ ਆਕਸੀਜਨਸ ਦੇ ਉੱਤੇ ਰੈਜ਼ੋਨੈਂਸ ਹੋਣ ਕਰਕੇ ਇੱਥੇ ਇਹਨਾਂ ਦੋਨਾਂ ਦੇ ਉੱਤੇ ਪਾਰਸ਼ੀਅਲ ਨੈਗੇਟਿਵ ਚਾਰਜ ਆ ਜਾਂਦਾ। ਸੋ ਇਹ ਰੀਜ਼ਨ ਤੁਹਾਡੇ ਸਾਹਮਣੇ ਆਂਸਰ ਲਿਖਿਆ ਹੋਇਆ ਬੇਟੇ, ਇਹਨੂੰ ਤੁਸੀਂ ਯਾਦ ਕਰਨਾ ਹੈ। ਇਸੇ ਤਰੀਕੇ ਨਾਲ ਇੱਕ ਹੋਰ ਸਵਾਲ ਹੈ ਕਿ ਕਲੋਰੋਐਸਟਿਕ ਐਸਿਡ ਐਸਿਟਿਕ ਐਸਿਡ ਨਾਲੋਂ ਸਟਰੋਂਗ ਹੈ ਜਾਂ ਫਲੋਰੋਐਸਟਿਕ ਐਸਿਡ ਜਿਹੜਾ ਹੈ ਉਹ ਕਲੋਰੋਐਸਟਿਕ ਐਸਿਡ ਨਾਲੋਂ ਸਟਰੋਂਗ ਹੈ। ਬੇਟੇ ਫਲੋਰੀਨ ਦਾ -I ਇਫੈਕਟ ਜ਼ਿਆਦਾ ਹੋਏਗਾ ਕਲੋਰੀਨ ਦੇ ਵਿੱਚ ਜਿਹੜਾ -I ਇਫੈਕਟ ਹੁੰਦਾ ਹੈ ਉਹਦੇ ਮੁਕਾਬਲੇ। ਠੀਕ ਹੈ, ਸੋ ਸਵਾਲ ਦੀ ਸਟੇਟਮੈਂਟ ਕੁਝ ਵੀ ਹੋ ਸਕਦੀ ਹੈ, ਆਂਸਰ ਆਪਣਾ ਤਕਰੀਬਨ ਉਦਾਂ ਦਾ ਹੀ ਰਹਿੰਦਾ। ਇੱਕ ਸਵਾਲ ਇਹ ਹੈ ਕਿ ਕਾਰਬੋਕਸਿਲਿਕ ਐਸਿਡ ਜਿਹੜੇ ਹੈ ਨਾ ਉਹ ਕਾਰਬੋਨਿਲ ਗਰੁੱਪ ਦੇ ਟਿਪੀਕਲ ਯਾਨੀ ਕਿ ਇਸ ਗਰੁੱਪ ਦੇ ਐਲਡੀਹਾਈਡ ਕੀਟੋਨ ਵਰਗੀਆਂ ਰਿਐਕਸ਼ਨਸ ਕਿਉਂ ਨਹੀਂ ਸ਼ੋ ਕਰਦੇ? ਕਿਉਂਕਿ ਕਾਰਬੋਕਸਿਲਿਕ ਐਸਿਡ ਦੇ ਵਿੱਚ ਫ੍ਰੀ ਕਾਰਬੋਨਿਲ ਗਰੁੱਪ ਹੈਗਾ ਹੀ ਨਹੀਂ। ਕਾਰਬੋਨਿਲ ਗਰੁੱਪ ਜਿਹੜਾ ਹੈ ਉਹ OH ਦੇ ਨਾਲ ਜੁੜਿਆ ਹੋਇਆ ਹੈ, ਜਿਸ ਕਰਕੇ ਕਾਰਬੋਕਸਿਲਿਕ ਐਸਿਡ ਕਾਰਬੋਨਿਲ ਗਰੁੱਪ ਦੀਆਂ ਟਿਪੀਕਲ ਰਿਐਕਸ਼ਨਸ ਨਹੀਂ ਸ਼ੋ ਕਰਦੇ। ਅੱਗੇ ਬੇਟਾ ਡਿਸਟਿੰਕਸ਼ਨਸ ਦੇ ਸਵਾਲ ਆ ਜਾਂਦੇ ਆ ਜਿੰਦੇ ਵਿੱਚ ਆਪਾਂ ਟੋਲਨਸ ਰੀਏਜੈਂਟ ਦੀ ਗੱਲ ਕਰਦੇ ਹਾਂ। ਬਹੁਤ ਹੀ ਇੰਪੋਰਟੈਂਟ ਸਵਾਲ ਹੈ, ਟੋਲਨਸ ਰੀਏਜੈਂਟ ਕੀ ਹੁੰਦਾ? ਅਮੋਨਿਕਲ ਸਿਲਵਰ ਨਾਈਟ੍ਰੇਟ ਸੋਲਿਊਸ਼ਨ ਨੂੰ ਅਸੀਂ ਕਹਿੰਦੇ ਹਾਂ ਟੋਲਨਸ ਰੀਏਜੈਂਟ। ਟੋਲਨਸ ਰੀਏਜੈਂਟ ਨਾ ਇੱਕ ਵੀਕ ਆਕਸੀਡਾਈਜ਼ਿੰਗ ਏਜੰਟ ਹੁੰਦਾ ਹੈ। ਐਲਡੀਹਾਈਡ ਨੂੰ ਆਕਸੀਡਾਈਜ਼ ਕਰਕੇ
इन्हें कार्बोक्सिलिक एसिड बना देना है और टॉलरेंस रिएजेंट ਦੀ रिडक्शन हो जानी है। एज अ रिजल्ट सिल्वर ਜਿਹੜੀ है वो टेस्ट ट्यूब ਦੇ ਅੰਦਰਲੇ वॉल्स ਤੇ डिपॉजिट हो जाती है। ਇਹਨੂੰ ਆਪਾਂ सिल्वर मिरर टेस्ट कहते हैं। तो सिल्वर मिरर टेस्ट के बाद आप गल करते हैं फैलिंग टेस्ट की। फैलिंग टेस्ट जो फैलिंग सोल्यूशन कादा हुंदा है, फैलिंग ए ते फैलिंग बी का मिक्सचर हुंदा है। फैलिंग ए मतलब एक्वस सोल्यूशन ऑफ कॉपर सल्फेट और फैलिंग बी का मतलब हुंदा है एक्वस सोल्यूशन ऑफ सोडियम पोटैशियम टार्टरेट ते विच अल्कली पाई हुंदी। हुण जदों फैलिंग सोल्यूशन दे नाल किसी भी कार्बोक्सिलिक एसिड की रिएक्शन की जाती है, एल्डिहाइड की रिएक्शन की जाती है ना, तो ਜਿਹੜੇ एल्डिहाइड्स हैं उन्हों की ऑक्सीडेशन होके बन जाते हैं कार्बोक्सिलिक एसिड और फैलिंग सोल्यूशन की रिडक्शन हो जाएगी Cu2O का रेडिश ब्राउन प्रेसिपिटेट बन जाता। हुण इत्थे बेटे ध्यान देने वाली गल ये है कि जदों सानू कहा जाता है ना कि डिस्टिंक्शनस की चर्चा की जाती है, तो याद रखो सारे एल्डिहाइड्स, ऑल एल्डिहाइड्स वो टॉलरेंस टेस्ट देंगे, सारे एल्डिहाइड्स, ठीक है। और कीटोन्स डू नॉट गिव टॉलरेंट। ये याद रखना है जो भी एक एल्डिहाइड ते एक कीटोन की गल पूछ ली जाए तो एल्डिहाइड टॉलरेंस टेस्ट शो करते हैं पर कीटोन्स जिहड़े हैं वो टॉलरेंस टेस्ट नहीं शो करते। हुण जे एक एलिफेटिक एल्डिहाइड है और दूसरा एरोमैटिक एल्डिहाइड है तो इन्हां दोनों दे विच डिस्टिंक्शन करनी है तो फैलिंग टेस्ट। जिन्ने भी एलिफेटिक हैं वो सारे फैलिंग टेस्ट देंगे, Cu2O दे रेडिश ब्राउन प्रेसिपिटेट इत्थे बननगे, ठीक है। बट जिहड़े एरोमैटिक हैगे हैं उन्हां दे केस च फैलिंग सोल्यूशन टेस्ट नहीं शो किया जाता। तीसरा जिहड़ा टेस्ट है बेटे वो आयोडोफॉर्म टेस्ट है। ये तुहानू मैं पहला ही दस चुकी हैं अल्कोहल्स वाले चैप्टर दे विच भी कि मिथाइल कीटोन जिन्ना भी कार्बोक्सिलिक एसिड या एल्डिहाइड्स या कीटोन्स दे विच मिथाइल कीटोन ग्रुप होएगा वो आयोडोफॉर्म टेस्ट शो करनगे। हुण जिन्ने भी डिस्टिंक्शनस ते सवाल है ना वो एक एक करके तुहाडे सामने स्क्रीन ते लाइक दिस, ये सारे टेस्ट जिहड़े है डिस्टिंक्शन ते बेस्ड है, सवाल डिस्टिंक्शनस वाले हैं, ठीक है। सो इन्हां सारियां दे आंसर तुसीं अपने ध्यान च रखने हैं, ठीक। नैक्सट आ जाता बेटा कि यूजेस पूछे हुए हैं मीथेनल, इथेनल ते एसीटोन दे। ये यूजेस भी तुसीं याद रखने हैं। एक सवाल जिहड़ा बहुत ही इंपॉर्टेंट है वो है फॉर्मलिन की हुंदा है। फॉर्मलिन 40% एक्वस सोल्यूशन ऑफ फॉर्मैल्डिहाइड और बायोलॉजिकल स्पैसीमेंस नू प्रिजर्व करके रखने दे लई फॉर्मलिन सोल्यूशन जिहड़ा इस्तेमाल किया जाता है। तो फॉर्मलिन बहुत ही इंपॉर्टेंट क्वेश्चन है। दैन एरोमैटिक एसिड जिहड़े हैं वो अल्काइल बेंजीन तो बेटे इत्थे आपां कोई भी अल्काइल ग्रुप लै लीए जिन्ना मर्जी वड्डा लै लीए, जदों आपां KMnO4 इन एल्कलाइन मीडियम हीटअप करांगे ना तो अपने कोले बेंजोइक एसिड ही बनना है। तो ये भी अपने आप च काफ़ी इंपॉर्टेंट रिएक्शन है जो कन्वर्शनस च भी इस्तेमाल होंदी। दैन एक सवाल जो काफ़ी इंपॉर्टेंट है कि जदों असी कार्बोनिल कंपाउंड्स की अमोनीया डेरिवेटिव्स के नाल रिएक्शन करते हैं तो सानू pH वीकली अल्कलाइन रखना चाहिए, ठीक है। तो इनका रीज़न की है हाईली एसिडिक मीडियम और वीक एसिडिक मीडियम दे विच की फर्क आएगा इत्थे। इत्थे मीडियम शुड बी वीकली एसिडिक, शायद मैं पहला वीकली एल्कलाइन कह गई हैं, यस। इत्थे इट शुड नॉट बी हाईली एसिडिक, ठीक है। कारण की है अमोनीया बेस है तो अमोनीया हाईली एसिडिक मीडियम दे विच आप ही सॉल्ट बना लेगी। तो इत्थे इस चीज़ नू याद रखना है आपां। दैन फॉर्मैल्डिहाइड इज़ मोर रिएक्टिव दैन एसीटोन, फॉर्मैल्डिहाइड इज़ मोर रिएक्टिव दैन अदर एल्डिहाइड्स। इनका बेटे जिहड़ा रीज़न, इनका जिहड़ा बेटे अपना सवाल आंदा है दैट इज़ वाई एल्डिहाइड्स आर मोर रिएक्टिव दैन कीटोन्स। ये आपां हुणे करदे हैं। अगे नेम्ड रिएक्शंस दे विचों दी एस्टैरिफिकेशन है। जदों एक कार्बोक्सिलिक एसिड और एक अल्कोहल नू आपां मिक्स करते हैं तो फ्रूटी स्मैल वाले एस्टर्स प्रोड्यूस होंदे हैं। एक दे विचों दी OH ग्रुप और दूसरे चों H, इन्हां ने निकलना है तो अपने कोले
esters will be produced. Fine. Then ਅੱਗੇ ਬੇਟਾ ਜਿਵੇਂ ਅਮੋਨੀਆ ਡੈਰੀਵੇਟਿਵ ਵਾਲੀਆਂ ਰਿਐਕਸ਼ਨਸ ਹੈ, ਸਿੰਪਲ ਵਾਟਰ ਨਿਕਲ ਜਾਣਾ ਹੈ ਕਾਰਬੋਨਿਲ ਗਰੁੱਪ ਦੇ ਵਿੱਚੋਂ ਔਰ ਅਮੋਨੀਆ ਡੈਰੀਵੇਟਿਵ ਦੇ ਵਿੱਚੋਂ, ਤੇ ਡਬਲ ਬੌਂਡ CH ਡਬਲ ਬੌਂਡ N ਇਹ ਆਪਣੇ ਕੋਲੇ ਬਣ ਜਾਂਦਾ ਹੈ। then aromatic aldehydes and ketones are less reactive। ਇਸ ਦੇ ਬਾਅਦ ਬੇਟੇ ਆਪਣੇ ਕੋਲੇ ਅਗਲਾ ਜਿਹੜਾ ਸਵਾਲ ਹੈ ਉਹ ਜਿਹੜਾ ਵੈਰੀ ਇੰਪੋਰਟੈਂਟ ਕੁਐਸਚਨ ਹੈ, ਜਿਹੜਾ ਮੈਂ ਤੁਹਾਨੂੰ ਕਹਿ ਰਹੀ ਸੀ, ਉੱਥੇ ਆਪਾਂ ਇਹ ਪੁੱਛਿਆ ਜਾਂਦਾ ਹੈ ਕਿ ਐਲਡੀਹਾਈਡ ਨਿਊਕਲੀਓਫਿਲਿਕ ਐਡੀਸ਼ਨ ਰਿਐਕਸ਼ਨ ਵਾਸਤੇ ਕੀਟੋਨਸ ਦੇ ਮੁਕਾਬਲੇ ਜ਼ਿਆਦਾ ਰਿਐਕਟਿਵ ਕਿਉਂ ਹੁੰਦੇ ਆ। ਸੋ ਬੇਟੇ ਜਦੋਂ ਵੀ ਆਪਾਂ ਐਲਡੀਹਾਈਡ ਔਰ ਕੀਟੋਨ ਨੂੰ ਕੰਪੇਅਰ ਕਰਦੇ ਆ ਨਾ, ਤਾਂ ਇੱਕ ਚੀਜ਼ ਧਿਆਨ ਨਾਲ ਤੁਸੀਂ ਰਿਅਲਾਈਜ਼ ਕਰੋ ਇੱਥੇ ਕਿ ਨਿਊਕਲੀਓਫਾਈਲ ਨੇ ਐਡ ਹੋਣਾ। ਨਿਊਕਲੀਓਫਾਈਲ ਕੀ ਹੁੰਦਾ ਹੈ? ਜਿਹਨੂੰ ਨਿਊਕਲੀਅਸ ਲਵਿੰਗ, ਜਿਹਦੇ ਕੋਲੇ ਆਪਣੇ ਇਲੈਕਟ੍ਰੋਨ ਹੈਗੇ, ਜਿਹਨੇ ਪੋਜ਼ਿਟਿਵ ਤੇ ਅਟੈਕ ਕਰਨਾ। ਸੋ ਪੋਜ਼ਿਟਿਵ ਤਾਂ ਕਾਰਬਨ ਦੇ ਕੋਲੇ ਹੈ ਨਾ, ਲਾਈਕ ਦਿਸ। ਹੁਣ ਆਪਾਂ ਇਸ ਸਿਚੁਏਸ਼ਨ ਦੇ ਵਿੱਚ ਕਹਿੰਦੇ ਆ ਐਲਡੀਹਾਈਡਸ ਆਰ ਮੋਰ ਰਿਐਕਟਿਵ। ਆਰ ਗਰੁੱਪ ਇਲੈਕਟ੍ਰੋਨ ਡੋਨੇਟਿੰਗ ਹੈ, ਉਹ ਕਾਰਬਨ ਦੀ ਪੋਜ਼ਿਟਿਵ ਸਟਰੈਂਥ ਨੂੰ ਘਟਾਏਗਾ। ਕੀਟੋਨ ਕੋਲੇ 2 ਆਰ ਗਰੁੱਪ ਹੈ, ਸੋ ਕੀਟੋਨ ਜਿਹੜਾ ਹੈ ਇਲੈਕਟ੍ਰੋਨਿਕ ਕਾਰਨਾਂ ਕਰਕੇ, ਪਲੱਸ ਆਈ ਇਫੈਕਟ ਕਰਕੇ ਤੇ ਸਟੇਰਿਕ ਰੀਜ਼ਨਸ ਕਰਕੇ, ਦੋਹਾਂ ਕਾਰਨਾਂ ਕਰਕੇ ਕੀਟੋਨਸ ਜਿਹੜੇ ਹੈ ਉਹ ਲੈਸ ਰਿਐਕਟਿਵ ਹੁੰਦੇ। ਸੋ ਇਹ ਕੁਐਸਚਨ ਕਾਫੀ ਇੰਪੋਰਟੈਂਟ ਹੈ। ਦੈਨ ਇਸ ਦੇ ਬਾਅਦ ਬੇਟਾ ਜੀ ਫਰੀਡਲ ਕਰਾਫਟ ਏਸਾਈਲੇਸ਼ਨ ਦੇ ਨਾਲ ਅਸੀਂ ਕੀਟੋਨ ਕਿਵੇਂ ਪ੍ਰਿਪੇਅਰ ਕਰ ਸਕਦੇ ਹਾਂ। ਸੋ ਫਰੀਡਲ ਕਰਾਫਟ ਏਸਾਈਲੇਸ਼ਨ ਦੇ ਹੀ ਇਹ ਸਿੰਪਲ, ਠੀਕ ਹੈ, 2 ਐਗਜ਼ਾਮਪਲਸ ਹੈ। ਇੱਥੇ ਬੈਂਜ਼ੋਇਲੇਸ਼ਨ ਕੀਤੀ ਗਈ ਹੈ। ਦੈਨ ਆਪਣੇ ਕੋਲੇ ਇਟਾਰਡ ਰਿਐਕਸ਼ਨ ਨੇਮਡ ਰਿਐਕਸ਼ਨ ਹੈ, ਗੈਟਰਮੈਨ ਕੋਚ ਰਿਐਕਸ਼ਨ। ਇਸੇ ਤਰੀਕੇ ਨਾਲ ਸਟੀਫਨ ਰਿਡਕਸ਼ਨ ਰਿਐਕਸ਼ਨ, ਔਰ ਆਪਣੇ ਕੋਲੇ ਆ ਜਾਂਦੇ ਹੈ ਸਿੰਪਲ ਇੱਕ ਕਨਵਰਸ਼ਨ ਹੈ ਕਿ ਅਸੀਂ ਐਸਿਡ ਕਲੋਰਾਈਡ ਤੋਂ ਐਲਡੀਹਾਈਡ ਬਣਾ ਰਹੇ ਹਾਂ। ਸੋ ਵਿਦ ਦਿਸ ਬੇਟਾ ਇਸ ਰਿਐਕਸ਼ਨ ਨੂੰ ਆਪਾਂ ਰੋਜ਼ਨਮੰਡ ਰਿਡਕਸ਼ਨ ਕਹਿੰਦੇ ਆ। ਇਹ ਵੀ ਕਾਫੀ ਇੰਪੋਰਟੈਂਟ ਰਿਐਕਸ਼ਨ ਹੈ ਰੋਜ਼ਨਮੰਡ ਰਿਡਕਸ਼ਨ। ਸੋ ਬੇਟਾ ਇਹਦੇ ਨਾਲ ਹੁਣ ਇੰਨਾ ਕੁ ਆਪਾਂ ਕਰ ਲਿਆ ਹੈ ਕਿ ਕੀਟੋਨਸ ਆਰ ਲੈਸ ਰਿਐਕਟਿਵ, ਡਿਸਟਿੰਕਸ਼ਨ ਵਾਲੇ ਸਵਾਲ ਤੇ ਇੰਪੋਰਟੈਂਟ ਥਿਊਰੀ ਕੁਐਸਚਨ। ਕਮ ਸੇ ਕਮ ਬੇਟਾ ਇਹ ਸਵਾਲ ਜਿਹੜੇ ਹੈ ਨਾ ਤੁਸੀਂ ਇਹ ਛੋੜ ਕੇ ਨਹੀਂ ਜਾਣੇ। ਐਂਡ ਤੁਸੀਂ ਬੇਟਾ ਫੀਲ ਕਰੋਗੇ ਕਿ ਪੇਪਰ ਦੇ ਵਿੱਚ ਕਾਫੀ ਜ਼ਿਆਦਾ ਹੱਦ ਤੱਕ ਇਹੀ ਕੁਐਸਚਨਸ ਬਾਰ-ਬਾਰ ਪੁੱਛੇ ਗਏ ਹੈ। ਪਹਿਲਾਂ ਵੀ ਜਿੰਨੇ ਵੀ ਟੈਨਿਅਰ ਤੁਸੀਂ ਫੜੋਗੇ, ਸੈਂਪਲ ਪੇਪਰ ਫੜੋਗੇ, ਉਹਨਾਂ ਸਾਰਿਆਂ ਦੇ ਵਿੱਚ ਇਹੀ ਸਵਾਲ ਬਾਰ-ਬਾਰ ਪੁੱਛੇ ਗਏ ਆ। ਸੋ ਇਹ ਨਾ ਪੁੱਛੋ ਵੀ ਬੁੱਕ ਕਿਹੜੀ ਠੀਕ ਹੈ, ਬੁੱਕਸ ਸਾਰੀਆਂ ਠੀਕ ਹੁੰਦੀਆਂ ਬੱਚੇ। ਮੇਨ ਚੀਜ਼ ਇਹ ਹੈ ਕਿ ਤੁਸੀਂ ਰਿਟਨ ਪ੍ਰੈਕਟਿਸ ਕਿੰਨੀ ਕਰਦੇ ਹੋ। ਇਸ ਚੈਪਟਰ ਨੂੰ ਬੜਾ ਚੈਪਟਰ ਸਮਝ ਕੇ ਛੋੜਿਓ ਨਾ ਬੇਟਾ, ਇਸ ਚੈਪਟਰ ਦੇ ਵਿੱਚੋਂ ਇੰਪੋਰਟੈਂਟ ਸਵਾਲ ਜ਼ਰੂਰ ਕਰ ਲਿਓ। So wish you all the best for your term 2 exams.